ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਤੇ ਬਖਸ਼ਿਸ਼ ਦੇ ਨਾਲ ਫੇਸਬੁੱਕ ਲਾਈਵ ਦੇ ਰਾਹੀਂ ਗੁਰਬਾਣੀ ਵਿਚਾਰ ਜੋ ਲੈ ਕੇ ਰੋਜ਼ਾਨਾ ਹਾਜ਼ਰ ਹੁੰਨੇ ਆ, ਜਿਸ ਦੇ ਵਿੱਚ ਲੜੀਵਾਰ ਸ੍ਰੀ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਵਿਚਾਰ ਚੱਲ ਰਹੀ ਹੈ, ਜਿਸ ਵਿੱਚ ਹੁਣ ਤੱਕ 8 ਨੰਬਰ ਪੌੜੀ ਦੇ ਸ਼ਲੋਕਾਂ ਸਮੇਤ ਵਿਚਾਰ ਕੀਤੀ ਹੈ। ਅੱਜ 9ਵੀਂ ਨੰਬਰ ਪੌੜੀ ਦੀ 9 ਨੰਬਰ ਪੌੜੀ ਦੀ ਇਸ ਵਿਚਾਰ ਸ਼ੁਰੂ ਕਰਨ ਲੱਗੇ ਆ, ਜਿਹਦੇ ਵਿੱਚ 2 ਸ਼ਲੋਕ ਨੇ ਤੇ 1 ਪੌੜੀ ਹੈ। ਅੱਜ ਪਹਿਲਾ ਸ਼ਲੋਕ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ, ਉਸ ਦੀ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ। ਇਸ ਸ਼ਲੋਕ ਬਾਬਤ ਇਹ ਉਥਾਨਕਾ ਵੀ ਹੈ, ਇਹ ਸਟੋਰੀ ਵੀ ਹੈ, ਇੱਕ ਘਟਨਾ ਇਹਦੇ ਨਾਲ ਜੁੜੀ ਹੈ ਜੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਪੜ੍ਹਨ ਨੂੰ ਮਿਲਦੀ ਹੈ ਕਿ ਪਾਕਪਟਨ ਦਾ ਰਹਿਣ ਵਾਲਾ ਜਿਹੜਾ ਬ੍ਰਹਮਦੱਤ ਸੀ ਕਸ਼ਮੀਰ ਦਾ, ਉਸ ਦੇ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਚਰਚਾ ਹੋਈ, ਕਿਉਂਕਿ ਉਹ ਬਹੁਤ ਵਿਦਵਾਨ ਆਪਣੇ ਆਪ ਨੂੰ ਅਖਵਾਉਂਦਾ ਸੀ ਤੇ ਗੱਡਿਆਂ ਦੇ ਗੱਡੇ ਭਰ ਕੇ ਕਿਤਾਬਾਂ ਦੇ ਆਪਣੇ ਨਾਲ ਰੱਖਦਾ ਸੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਜਿਹੜੀ ਉਹਦੀ ਵਿਚਾਰ ਗੋਸ਼ਟੀ ਹੋਈ ਤੇ ਉਹਨੇ ਜਦੋਂ ਆਪਣੇ ਕਿਤਾਬਾਂ ਦੇ ਰੈਫਰੈਂਸ ਦੇਣੇ ਸ਼ੁਰੂ ਕੀਤੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਜਿਹੜੀ ਉਹਦੀ ਵਿਚਾਰ ਚਰਚਾ ਹੋਈ, ਉਸ ਨੂੰ ਸਤਿਗੁਰੂ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਅੰਕਿਤ ਕੀਤਾ। ਨਾਲ ਸਾਨੂੰ ਇਹ ਦੱਸਣ ਤੇ ਇਸ ਸਮਝਾਉਣ ਦਾ ਯਤਨ ਕੀਤਾ ਹੈ ਕਿ ਕੇਵਲ ਵਿਦਵਾਨ ਬਣਨਾ ਨਹੀਂਗਾ, ਭਗਤ ਵੀ ਬਣਨਾ ਬੜਾ ਜ਼ਰੂਰੀ ਹੈ। ਦੇਖੋ, ਵਿਦਵਾਨ ਹੋ ਜਾਣਾ, ਪੰਡਤ ਹੋ ਜਾਣਾ, ਸਿਆਣਾ ਸਮਝਦਾਰ ਬਣ ਜਾਣਾ, ਇਹ ਚੀਜ਼ਾਂ ਡਿਫਰੈਂਟ ਨੇ, ਪਰ ਇਹਨਾਂ ਸਾਰਿਆਂ ਤੋਂ ਉੱਪਰ ਹੈ ਭਗਤ ਬਣਨਾ। ਵਿਦਵਾਨ ਬਣ ਕੇ ਮਨੁੱਖ ਦੇ ਅੰਦਰ ਹਉਮੈ ਪ੍ਰਗਟ ਹੁੰਦੀ ਹੈ, ਹੰਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਧਾਰਮਿਕ ਕਿਤਾਬਾਂ ਵੱਧ ਤੋਂ ਵੱਧ ਪੜ੍ਹਨੀਆਂ। ਕੋਈ ਮਨੁੱਖ ਆਖੇ ਕਿ ਮੈਂ ਘੱਟੋ ਘੱਟ 1500 ਕਿਤਾਬਾਂ ਜਾਣਦਾ ਹਾਂ, ਪੜ੍ਹਿਆ ਹਾਂ, ਮੈਂ ਪੂਰਾ ਗੁਰੂ ਗ੍ਰੰਥ ਸਾਹਿਬ ਮੈਨੂੰ ਕੰਠ ਹੈ, ਮੈਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਲੈਣਾ ਹਾਂ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕਰ ਲੈਣਾ ਹਾਂ, ਇਹ ਸਾਰੇ ਡਿਫਰੈਂਟ ਮੈਟਰ ਨੇ। ਪਰ ਸਭ ਤੋਂ ਵੱਡਾ ਮੈਟਰ ਇਹ ਹੈ ਕਿ ਜੋ ਕੁਝ ਪੜ੍ਹਿਆ ਗਿਆ ਹੈ, ਜੋ ਕੁਝ ਵਿਚਾਰਿਆ ਗਿਆ ਹੈ, ਉਹ ਮੇਰੇ ਜੀਵਨ ਦੇ ਵਿੱਚ ਲਾਗੂ ਹੈ ਕਿ ਨਹੀਂ ਹੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਗੱਲ ਮਨੁੱਖ ਦੇ ਅੱਗੇ ਰੱਖੀ ਹੈ, ਸਾਹਿਬ ਜੀ ਕਹਿੰਦੇ ਨੇ, ਜੇ ਤੂੰ ਵਿਦਵਾਨ ਹੈ, ਜੇ ਸ਼੍ਰੋਮਣੀ ਹੈ, ਜੇ ਤੂੰ ਧਾਰਮਿਕ ਪੁਸਤਕਾਂ ਦਾ ਪਠਨ ਕਰ ਰਿਹਾ ਹੈ, ਪਰ ਇਹ ਗੱਲ ਵੀ ਨਾਲ ਚੇਤੇ ਰੱਖ ਕਿ ਇਹ ਧਾਰਮਿਕ ਪੁਸਤਕਾਂ ਦੇ ਪਠਨ ਦੇ ਨਾਲ ਨਾਲ ਤੂੰ ਆਪਣੇ ਜੀਵਨ ਦੇ ਵਿੱਚ ਵੀ ਸੱਚ ਨੂੰ ਸਮੋ, ਸੱਚ ਨੂੰ ਆਪਣੇ ਜੀਵਨ ਦੇ ਵਿੱਚ ਸਮਾਈ ਕਰ। ਇਸੇ ਕਰਕੇ ਗੁਰਮਤਿ ਦੇ ਉਪਦੇਸ਼ ਵਿੱਚ ਸੱਚੇ ਪਾਤਸ਼ਾਹ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ, ਪਹਿਲ ਦੇ ਆਧਾਰ ਤੇ ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਕਹਿੰਦੇ ਜੇ ਤੂੰ ਲੋਕਾਂ ਨੂੰ ਤੇ ਉਪਦੇਸ਼ ਕਰ ਰਿਹਾ ਹੈ ਪਰ ਆਪਣੇ ਜੀਵਨ ਦੇ ਵਿੱਚ ਤੇਰੇ ਉਹ ਚੀਜ਼ ਲਾਗੂ ਨਹੀਂ, ਫਿਰ ਤੈਨੂੰ ਹੱਕ ਨਹੀਂ ਕੋਈ ਉਪਦੇਸ਼ ਕਰਨ ਦਾ। ਕਰਨੀ ਬਾਝੋਂ ਮਨਮੁਖ ਕਥਨੀ ਹੈ। ਮਨਮੁਖ ਕਥਨੀ ਤੇ ਬਹੁਤ ਸੋਹਣੀ ਕਰਦਾ ਹੈ, ਬੜੀ ਸੋਹਣੇ ਵਧੀਆ ਕਥਾਕਾਰ ਨੇ ਸਾਡੀ ਕੌਮ ਦੇ ਕੋਲ, ਚੋਟੀ ਦੇ ਕਈ ਕਥਾਵਾਚਕ ਨੇ, ਵਧੀਆ ਕੀਰਤਨੀਏ ਨੇ। ਸਭ ਕਹਿੰਦੇ ਮਨਮੁਖ ਕਥਨੀ ਹੈ, ਕਥਨੀ ਬਹੁਤ ਸੋਹਣੀ ਹੈ, ਕਿਆ ਬਾਤ ਹੈ, ਕਿੰਨੇ ਸੋਹਣੀ ਭਾਈ ਸਾਹਿਬ ਜੀ ਵਿਚਾਰ ਕਰਦੇ ਹਨ, ਕਿੰਨਾ ਸੋਹਣਾ ਭਾਈ ਸਾਹਿਬ ਜੀ ਵਖਿਆਨ ਕਰਦੇ ਹਨ। ਇਹ ਚੀਜ਼ਾਂ ਆਮ ਨੇ, ਪਰ ਸਭ ਕਹਿੰਦੇ ਪਰ ਰਹਿਤ ਨਾ ਹੋਈ, ਜੇ ਜੀਵਨ ਦੇ ਵਿੱਚ ਉਹ ਲਾਗੂ ਨਹੀਂ ਹੋਈ, ਆਪਣੇ ਲੋਕਾਂ ਨੂੰ ਤੇ ਦੱਸ ਰਿਹਾ ਹੈ, ਲੋਕਾਂ ਨੂੰ ਤੇ ਕਹਿ ਰਿਹਾ ਹੈ, ਪਰ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਲਾਗੂ ਨਹੀਂ ਕਰ ਰਿਹਾ। ਜੇ ਕੋਈ ਇੱਕ ਸਵਾਲ ਕਰਦਾ ਹੈ ਤੇ ਉਹਦੇ ਉੱਤਰ ਉਹ 15-20 ਨਾਲ ਜਵਾਬ ਉਹਦੇ ਦੇ ਦਿੰਦਾ ਹੈ ਕਿ ਆਪਣੇ ਆਪ ਨੂੰ ਦੱਸਣ ਵਾਸਤੇ ਕਿ ਮੈਂ ਆਹ ਵੀ ਕਿਤਾਬ ਦਾ ਧਾਰਨੀ ਆ, ਮੈਂ ਆਹ ਵੀ ਕਿਤਾਬ ਨੂੰ ਜਾਣਦਾ, ਮੈਂ ਇਸ ਪੁਸਤਕ ਨੂੰ ਵੀ ਪੜ੍ਹਿਆ ਹੈ, ਮੈਂ ਇਸ ਧਾਰਮਿਕ ਪੁਸਤਕ ਨੂੰ ਵੀ ਪੜ੍ਹਿਆ ਹੈ। ਸਤਿਗੁਰੂ ਕਹਿੰਦੇ ਇਹ ਵਿਦਵਤਾ ਬਣ ਜਾਣਾ, ਵਿਦਵਾਨ ਬਣ ਜਾਣਾ ਡਿਫਰੈਂਟ ਮੈਟਰ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਵਿਦਵਾਨ ਤੋਂ ਉੱਪਰ ਦੀ ਗੱਲ ਕੀਤੀ ਹੈ। ਸਭ ਕਹਿੰਦੇ ਪੰਡਤ ਇਹ ਵਿਦਵਾਨ, ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਤੂੰ ਕਿਤਾਬਾਂ ਪੜ੍ਹਨ ਤੱਕ ਹੀ ਸੀਮਤ ਰਿਹਾ ਤੇ ਜੀਵਨ ਦੇ ਵਿੱਚ ਆਪਣੇ ਉਹਨੂੰ ਲਾਗੂ ਹੀ ਨਹੀਂ ਕੀਤਾ,
ਤੇ ਫਿਰ ਫਾਇਦਾ ਕੀ ਤੇਰੇ ਇਤਨਾ ਪੜਨ ਦਾ। ਹੁਣ ਕੋਈ ਵਿਦਿਆ ਦੀ ਵਿਚਾਰ ਕਰ ਰਿਹਾ ਹੈ, ਪਰ ਸਾਹਿਬ ਕਹਿੰਦੇ ਜੇ ਉਹਦਾ ਪਰਉਪਕਾਰ ਨਹੀਂ ਕਰ ਰਿਹਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਵਿਚਾਰ ਕਰਕੇ ਹੀ ਪਰਉਪਕਾਰ ਕਰ ਸਕਦੀ ਹੈ। ਜੇ ਵਿਦਿਆ ਤੇ ਪੜ੍ਹ ਲਈ ਹੈ ਪਰ ਵਿਚਾਰ ਹੀ ਨਹੀਂ ਹੈਗੀ, ਉਹਦਾ ਪਰਉਪਕਾਰ 'ਚ ਹੀ ਨਹੀਂ ਆਈ, ਤੇ ਸਾਹਿਬ ਕਹਿੰਦੇ ਕੀ ਫਾਇਦਾ ਤੇਰੇ ਵਿਦਿਆਵਾਨ ਬਣਨ ਦਾ, ਤੇਰੇ ਵਿਦਿਆਧਾਰੀ ਹੋਣ ਦਾ। ਸੋ ਅੱਜ ਦੀ ਪੌੜੀ ਵਿੱਚ ਸੱਚੇ ਪਾਤਸ਼ਾਹ ਨੇ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ। ਸ਼ਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਲੱਦੀਆਂ ਦਾ ਅਰਥ ਹੈ ਲੱਦ ਲਈਆਂ ਜਾਣ, ਪੜੀਆਂ ਹੋਈਆਂ ਪੁਸਤਕਾਂ ਦੇ ਨਾਲ ਗੱਡੀਆਂ ਭਰੀਆਂ ਜਾਣ, ਭਰ ਲੈ ਜਾਣ, ਭਾਵ ਇਤਨਾ ਅੰਦਰ ਖਜ਼ਾਨਾ ਇਕੱਠਾ ਕਰ ਲਿਆ ਜਾਵੇ। ਮਨੁੱਖ ਆਪਣੇ ਅੰਦਰ ਇਤਨਾ ਮੈਟਰ ਇਕੱਠਾ ਕਰ ਲਵੇ, ਇਤਨੀਆਂ ਕਿਤਾਬਾਂ ਪੜ੍ਹ ਲਵੇ, ਆਪਣੇ ਅੰਦਰ ਉਹਦੇ ਢੇਰ ਲਾ ਲਵੇ ਕਿਤਾਬਾਂ ਦੇ, ਗਿਆਨ ਦੇ। ਸਾਥ ਦਾ ਅਰਥ ਹੈ ਢੇਰ, ਭਰੀਆਂ ਸਾਥ, ਢੇਰਾਂ ਦੇ ਢੇਰ ਲਾਏ ਜਾ ਸਕਣ। ਸਾਹਿਬ ਕਹਿੰਦੇ ਜੇ ਤੂੰ ਇਤਨੀਆਂ ਪੋਥੀਆਂ ਪੜ੍ਹ ਲਵੇਂ ਜਿਨ੍ਹਾਂ ਦੇ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਤੂੰ ਇੰਨੀਆਂ ਪੁਸਤਕਾਂ ਦਾ ਵਿਦਵਾਤਾ ਹੋਵੇਂ, ਪੜ੍ਹਿਆ ਹੋਵੇਂ, ਗਿਆਨਵਾਨ ਹੋਵੇਂ, ਸੂਝਵਾਨ ਹੋਵੇਂ, ਸਮਝਦਾਰ ਹੋਵੇਂ, ਇਤਨੀਆਂ ਕਿਤਾਬਾਂ ਤੇਰੇ ਅੰਦਰ ਵਸੀਆਂ ਹੋਣ ਕਿ ਜੇ ਉਹਨਾਂ ਕਿਤਾਬਾਂ ਨੂੰ ਜੇ ਰੱਖਿਆ ਜਾਵੇ ਤੇ ਗੱਡੀਆਂ ਦੀ ਗੱਡੀਆਂ ਭਰ ਜਾਣ। ਪਰ ਚੇਤਾ ਰੱਖੀ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ। ਬੇੜੀ ਪਾਈ ਹੈ, ਪੜੀਆਂ ਹੋਈਆਂ ਪੋਥੀਆਂ ਦੇ ਨਾਲ ਇੱਕ ਬੇੜੀ ਭਰੀ ਜਾ ਸਕੇ, ਗੱਡੀਆਂ ਗੱਡੇ ਜਾ ਸਕਣ, ਪੂਰੇ ਜਾ ਸਕਣ। ਖਾਤ ਦਾ ਅਰਥ ਹੈ ਟੋਏ, ਖਾਤੇ। ਸਾਹਿਬ ਕਹਿੰਦੇ ਜੀ ਇਤਨੀਆਂ ਪੁਸਤਕਾਂ ਪੜ੍ਹ ਲਈਆਂ ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ। ਇਤਨੀਆਂ ਪੁਸਤਕਾਂ ਦਾ ਤੂੰ ਧਾਰਨੀ ਹੋਵੇਂ, ਇਤਨਾ ਪੁਸਤਕਾਂ ਦਾ ਤੂੰ ਵਿਦਵਾਨ ਹੋਵੇਂ, ਆਪਣੇ ਆਪ ਨੂੰ ਸ਼੍ਰੋਮਣੀ ਪੰਡਤ ਅਖਵਾਉਂਦਾ ਹੋਵੇਂ, ਆਪਣੇ ਆਪ ਨੂੰ ਸ਼੍ਰੋਮਣੀ ਵਿਦਵਾਨ ਅਖਵਾਉਂਦਾ ਹੋਵੇਂ। ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ। ਜੇਤੇ ਬਰਸ ਜਿਤਨੇ ਸਾਲ ਹਨ, ਕਈ ਸਾਲ। ਤੇ ਸਾਹਿਬ ਕਹਿੰਦੇ ਕਈ ਸਾਲ ਤੂੰ ਪੜ ਪੜ ਕੇ ਗੁਜ਼ਾਰੇ ਹੋਣ। ਮਾਸ ਦਾ ਅਰਥ ਹੈ ਮਹੀਨੇ। ਸਾਹਿਬ ਜੀ ਕਹਿੰਦੇ ਨੇ ਚੇਤਾ ਰੱਖੀ, ਜਿਤਨੇ ਵੀ ਮਹੀਨੇ ਹਨ ਤੂੰ ਇਹ ਸਾਰੇ ਮਹੀਨੇ ਹੀ ਪੜ੍ਹਦਾ ਰਵੇਂ। ਜੇ ਪੜ ਪੜ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ ਪੜ ਕੇ ਸਾਲ ਦੇ ਮਹੀਨੇ ਬਿਤਾ ਦਿੱਤੇ ਜਾਣ, ਇਤਨਾ ਤੂੰ ਵਿਦਵਾਨ ਬਣ ਜਾਵੇਂ, ਇਤਨਾ ਸਿਆਣਾ ਅਖਵਾਵੇਂ। ਪੜੀਐ ਜੇਤੀ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਪੜੀਐ ਦਾ ਅਰਥ ਹੈ ਪੜ ਕੇ ਬਿਤਾਈ ਜਾਏ, ਜੇਤੀ ਆਰਜਾ ਜਿਤਨੀ ਉਮਰ ਹੈ, ਸਾਸ ਦਾ ਅਰਥ ਹੈ ਸਵਾਸ। ਸਾਹਿਬ ਜੀ ਕਹਿੰਦੇ ਨੇ ਐ ਮਨੁੱਖ ਜੇ ਪੁਸਤਕਾਂ ਪੜ ਪੜ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ ਪੜ ਕੇ ਉਮਰ ਦੇ ਸਾਰੇ ਸਵਾਸ ਬਿਤਾ ਲੈ ਜਾਣ, ਤਾਂ ਵੀ ਰੱਬ ਦੀ ਦਰਗਾਹ ਵਿੱਚ ਇਸ ਵਿੱਚੋਂ ਕੁਝ ਵੀ ਪ੍ਰਵਾਨ ਨਹੀਂ ਹੋਣਾ ਜੇ ਤੂੰ ਕਿਣਕਾ ਵੀ ਆਪਣੇ ਜੀਵਨ ਦੇ ਵਿੱਚ ਨਹੀਂ ਵਸਾਇਆ। ਗੱਲ ਇਹ ਹੈ ਗੁਰਮਤਿ ਦੀ, ਸਤਿਗੁਰੂ ਜੀ ਇਸ ਵਿਚਾਰ ਤੇ ਇਸ ਸ਼ਲੋਕ ਨਾਲ ਮੇਰੇ ਵਰਗੇ ਜਿਹੜੇ ਆਪਣੇ ਆਪ ਨੂੰ ਚੁੰਚ ਗਿਆਨੀ ਬਣ ਕੇ ਬੈਠੇ ਹਨ, ਜਿਹੜੇ ਇਹ ਦੱਸਣਾ ਚਾਹੁੰਦੇ ਨੇ ਅਸੀਂ ਬੜੇ ਵਿਦਵਾਨ ਆ, ਹਉਮੈ ਹੈ ਵਿਦਵਤਾ ਦੀ, ਹੰਕਾਰ ਹੈ ਵਿਦਵਤਾ ਦਾ, ਸਤਿਗੁਰੂ ਜੀ ਕਹਿ ਰਹੇ ਨੇ ਗੁਰਮਤਿ ਵਿੱਚ ਇਹ ਚੀਜ਼ਾਂ ਨਹੀਂ। ਗੁਰਮਤਿ ਵਿੱਚ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਜੀਵਨ ਨੂੰ ਗਿਆਨੀ ਬਣਾ ਕੇ ਆਪ ਆਪਣੇ ਜੀਵਨ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਹੈ। ਸਾਹਿਬ ਕਹਿੰਦੇ ਜੋ ਈਰਖਾ ਦੇ ਉੱਪਰ ਤੂੰ ਵਿਸ਼ਾ ਤੇ ਬਹੁਤ ਵਧੀਆ ਨਿਭਾ ਸਕਦਾ ਹੈ, ਪੂਰੀ ਦਾ ਪੂਰਾ ਸਬਜੈਕਟ ਦੇ ਸਕਦਾ ਹੈ, ਪਰ ਤੇਰੇ ਆਪਣੇ ਅੰਦਰੋਂ ਈਰਖਾ ਤੇ ਗਈ ਕੋਈ ਨਹੀਂ। ਤੂੰ ਬਹੁਤ ਸੋਹਣਾ ਕੀਰਤਨ ਕਥਾ ਕਰ ਸਕਦਾ ਹੈ, ਲੋਭ ਦੇ ਵਿਸ਼ਿਆਂ ਦੇ ਉੱਪਰ, ਵਿਕਾਰ ਵੱਖ-ਵੱਖ ਸਬਜੈਕਟ ਦੇ ਉੱਪਰ ਘੰਟੇ ਬੱਧੀ ਬੋਲ ਸਕਦਾ ਹੈ, ਪਰ ਜੇ ਜੀਵਨ ਦੇ ਵਿੱਚ ਉਹ ਆਪਣੇ ਹੀ ਲਾਗੂ ਨਹੀਂ ਹੋਇਆ ਤੇ ਕੀ ਫਾਇਦਾ ਫਿਰ। ਅੱਜ ਮਨੁੱਖ ਬਹੁਤ ਆਪਣੇ ਆਪ ਨੂੰ ਪਾਠੀ ਅਖਵਾਉਣਾ ਪਸੰਦ ਕਰਦਾ ਹੈ, ਵਿਤਵੇਤਾ ਅਖਵਾਉਣਾ ਪਸੰਦ ਕਰਦਾ ਹੈ, ਵਿਦਵਾਨ ਅਖਵਾਉਣਾ ਪਸੰਦ ਕਰਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਜੇ ਜੀਵਨ ਦੇ ਵਿੱਚ ਉਹ ਚੀਜ਼ ਤੇਰੇ ਸਮਾਈ ਕੋਈ ਨਹੀਂ ਨਾ, ਫਿਰ ਤੇ ਇਵੇਂ ਹੀ ਹੈ ਜਿਵੇਂ ਅੰਦਰ ਕੋਈ ਅੱਗ ਲੱਕੜਾਂ ਦੇ ਢੇਰਾਂ ਦੇ ਢੇਰ ਇਕੱਠੇ ਕਰੀ ਜਾਵੇ, ਪਰ ਇੱਕ ਚਵਾਤੀ ਉਹ ਲੱਕੜਾਂ ਦੇ ਢੇਰਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਇਵੇਂ ਹੀ ਮਨੁੱਖ ਆਪਣੇ ਅੰਦਰ ਵਿਦਵਤਾ ਦੇ ਵੱਡੇ ਤੋਂ ਵੱਡੇ ਖਜ਼ਾਨੇ ਇਕੱਠੇ ਕਰੀ ਜਾਵੇ,
पर जो हौमे नाल आ जाती है ना, ये ढेरां दे ढेर मिट्टी कर दिंदी है। इसे करके साहब कहते ने विद्वान बनना होर चीज़ है, भगत बनना बड़ा जरूरी है। क्योंकि जो भगत मनुख भगत बन गया ना, उदण उहदा ज्ञान लोगों के भले वास्ते होवेगा। गुरु नानक साहिब महाराज जी दुनिया के श्रोमणी वितवेता विद्वान ने, पर रत्तिक मात्र हौमे की गल नहीं गुरु साहब ने कदी की। गुरु अर्जन देव जी महाराज जी अपने आप समुचे कायनात दे चोटी दे विद्वान पुरुष भी ने, पर जो भगत की दुनिया के विच आके विचरते हैं तो बड़े मुखार ते प्यारे मिठास दे बोल अपने मुखार बिंद तो उचारण करते हैं, जो ये कहते हैं तेरा कीता जातो नाही मैनू जोग कितोई। हे वाहिगुरु जी, जे मैं आप आखा मैं तेनों जान सका, मेरी तू समझ तो बाहर है। तू ही मैनू जोग किया है, तू ही मैनू समझाया है। धार्मिक पुस्तकों का पाठ ये इस करके है कि असी कुछ जान सकीए, पर यह नहीं कि ये कहिए कि मैं बहुत कुछ जानता हाँ। जो असी कहांगे ना मैं बहुत कुछ जानता हाँ, सच जानियो साडे अंदर ज्ञान का एक किणका भी नहीं रहना। इसे करके साहब जी कहते ने चेता रख, पढ़न का तेरा तां लाभ है जे तू उस पढ़ाई तो किसी का फायदा कर दवे। असी निक्के हुंदे एक कहानी सुनते हुंदे सां, आप आम करके सुनी है कि किसी गुरुकुल दे विच 4 विद्यार्थी पढ़न चले गए। हुण चारे ही विद्यार्थी चोटी दे विद्वान बन गए। एक दे कोल इहो जी कला आ गई कि वो पहचान के हड्डियां दस सकता है कि किस दियां हड्डियां ने। दूसरा जिहड़ा मनुख है वो ये पहचान के दस सकता है कि इस हड्डियां दे पिंजर नूं इकट्ठा किवें करना है। तीसरा मनुख उहदे उपर खल चढ़ा सकता है, तो चौथा जान पा सकता है। हुण ये सारियां चीज़ां ते उन्होंने जीवन दे विच वसा लियां, पर उन्हां तो बचना किवें किसी नूं भी नहीं पता। एक जंगल दे विच गए, अपनी विदवता दी हौमे वेखी, हड्डियां खिलरियां वेखियां, ते पहला कहंदा मैनूं पता है हड्डियां किहदियां। कहंदे किहदियां? कहंदे शेर दियां। दूजे ने उस हड्डियां दा ढांचा बना दिता, तीजे ने खल पा दिते, चौथा कहंदा मैं भी पिछे ना रवां, उहदे विच जान पा दिती। शेर जदों आदमखोर बनिया, कहंदे सार चारां दे चारां नूं खा गया। वेखण नूं एक कहानी है, पर बड़ी दिलचस्प इहदा मॉरल है। जिहड़ी चीज़ मनुख नूं विदवता दवे, वो इस करके है कि मनुख उस विदवता नूं प्राप्त करके समाज का भला करे, समाज नूं चंगे राह ते तोरे, समाज नूं दूरंदेशी होके समाज नूं आउण वाले भविष्य तो जाणू करावे, ते समाज दे विच एक चंगा इंसान बन के विचरे, ते अपने ज्ञान ते अपनी समझ दे नाल लोकां नूं भले दे रस्ते ते तोरे। पर साहब कहंदे जे विदवता ते है, समझ भी है, पहचान भी है, पर जे उहदे विच हौमे दा शेर विच वड़ गया, हौमे दी जे गंदगी विच वड़ गई, जिद्दण इहदे विच जान पै गई ना, ये समझ आउण लग पिया कि मैं हुण हाँ कुछ, साहब कहंदे उदण ये हौमे दा शेर जिंदा हो जाएगा ते सब कुछ मिट्टी कर देवेगा तेरे अंदर दे ज्ञान नूं। यही गल साहब जी इस श्लोक विच समझा रहे, नानक लिखै एक गल होर हौमै झखना झाक। साहब जी कहंदे हे नानक, प्रभु की दरगाह दे विच, वाहिगुरू दे घर दे विच केवल प्रभु की सिफत सलाह ही कबूल हुंदी है। प्रभु की वडियाई तो बिना कोई होर उद्यम नहीं करना चाहिए। अपने हौमे दे विच भटकदा फिरदा मनुख, अपने विकारां विच पिया होया मनुख अपने ज्ञान नूं भी खत्म कर लैंदा है। इसे करके दुनिया दे विच एक भगत इतना नुकसान नहीं करता जितना एक विद्वान नुकसान कर दिंदा है। क्योंकि विद्वान अपने आप नूं विद्वता दी हौमे दे विच रखदा होया दुनिया नूं मिट्टी करके रख दिंदा है। इसे करके साहब जी कहंदे ने पढ़ जरूर। ये नहीं गुरु साहब कहंदे एजुकेशन नहीं चाहिए, ये भी नहीं किते गुरु साहब कहंदे पढ़ना नहीं चाहिए। पढ़ना चाहिए, पर ऐसा ना होवे कि पढ़ पढ़ के तू मूर्ख बन जावे, तेरे अंदर लोभ लभ हंकार पैदा हो जावे। ऐसी पढ़ाई नहीं गुरु साहब कहंदे मैनू चाहिए। तू पढ़ जरूर, विद्वान भी जरूर बन, पर विद्वान जिमें जिमें बनी जावे, निमरता ते अत हलीमी विच आ जावे,
ਗਿਆਨ ਹੋਣਾ ਬੜਾ ਜ਼ਰੂਰੀ ਚਾਹੀਦਾ ਹੈ, ਪਰ ਤੇਰੇ ਜੀਵਨ ਦੇ ਵਿੱਚੋਂ ਵੀ ਉਹਦੀ ਖੁਸ਼ਬੂ ਆਉਣੀ ਚਾਹੀਦੀ ਹੈ। ਜੇ ਤੂੰ ਗੁਲਾਬ ਤੇ ਹੈ ਪਰ ਤੇਰੇ ਵਿੱਚ ਖੁਸ਼ਬੂ ਹੀ ਨਹੀਂ, ਫਿਰ ਲੋਕੀ ਆਰਟੀਫਿਸ਼ਲ ਕਹਿਣਗੇ, ਡੁਪਲੀਕੇਟ ਕਹਿਣਗੇ। ਕਈ ਤੁਸੀਂ ਦੇਖਦੇ ਆ ਅੱਜ ਪਲਾਸਟਿਕ ਦੇ ਬੂਟੇ ਨੇ, ਪਲਾਸਟਿਕ ਦੇ ਉਹਦੇ ਉੱਪਰ ਫੁੱਲ ਲੱਗੇ ਨੇ, ਗੁਰਦੁਆਰਿਆਂ ਦੇ ਵਿੱਚ ਵੀ ਸੁਸ਼ੋਭਿਤ ਹੋ ਜਾਂਦੇ ਨੇ, ਪਰ ਉਹ ਖੁਸ਼ਬੂ ਨਹੀਂ ਦਿੰਦੇ। ਅੱਜ ਗੁਰਦੁਆਰਿਆਂ ਦੇ ਵਿੱਚ ਪਲਾਸਟਿਕ ਦੇ ਗੁਲਦਸਤੇ ਨੇ, ਪਲਾਸਟਿਕ ਦੇ ਫੁੱਲ ਨੇ। ਜਿੱਥੇ ਡੁਪਲੀਕੇਟ ਫੁੱਲ ਹੋਣ, ਡੁਪਲੀਕੇਟ ਖੁਸ਼ਬੂ ਹੋਵੇ, ਉੱਥੇ ਮੇਰੇ ਵਰਗੇ ਵੀ ਡੁਪਲੀਕੇਟ ਹੀ ਬੈਠੇ ਹਨ, ਜਿਹੜੇ ਦੋ ਮੂੰਹ ਰੱਖ ਕੇ ਡੁਪਲੀਕੇਟ ਬਣ ਕੇ ਉੱਪਰੋਂ ਵਿਦਵਤਾ ਦੀ ਜਿਹੜੀ ਹੈ ਗੱਲ ਕਰ ਰਹੇ ਹਨ, ਅੰਦਰ ਮੈਲ ਭਰੀ ਹੈ, ਹਉਮੈ ਭਰੀ ਹੈ, ਹੰਕਾਰ ਭਰਿਆ ਹੈ। ਜਿੱਥੇ ਦੁਨੀਆ ਦੇ ਫੁੱਲ ਬੂਟੇ ਡੁਪਲੀਕੇਟ ਮਨੁੱਖ ਨੇ ਬਣਾ ਕੇ ਗੁਰੂ ਦੇ ਸਨਮੁਖ ਰੱਖ ਦਿੱਤੇ ਹਨ, ਉੱਥੇ ਸਾਡੇ ਵਰਗੇ ਨੂੰ ਵੀ, ਮੇਰੇ ਵਰਗੇ ਵੀ ਦੋ ਚਿਹਰੇ ਲਾ ਕੇ ਆਪਣੇ ਆਪ ਨੂੰ ਕਥਾਕਾਰ ਤੇ ਵਿਦਵਾਨ ਤੇ ਅਖਵਾ ਰਹੇ ਹਨ। ਲੋਕ ਕਹਿ ਰਹੇ ਹਨ ਗੁਰੂ ਕਿਰਪਾ ਕਰੇਗਾ, ਸੰਤੋਖ ਰੱਖੋ, ਰੱਬ ਦੇਵੇਗਾ, ਪਰ ਆਪਣੇ ਜੀਵਨ ਦੇ ਵਿੱਚ ਸੰਤੋਖ ਨਹੀਂ। ਪੜ੍ਹਿਆ ਤੇ ਜਾ ਰਿਹਾ ਹੈ ਪਰ ਵਿਚਾਰਿਆ ਨਹੀਂ ਜਾ ਰਿਹਾ। ਸੰਤੋਖੀ ਤਾਂ ਹੋਵੇਗਾ ਜੇ ਉਹਨੂੰ ਆਪਣੇ ਜੀਵਨ ਦੇ ਵਿੱਚ ਵੀ ਲਾਗੂ ਕਰੇਗਾ। ਦੂਜੇ ਨੂੰ ਸਮਝਾਉਣਾ ਬਹੁਤ ਸੌਖਾ ਹੈ, ਆਪ ਕਰਨਾ ਸਭ ਤੋਂ ਔਖਾ ਹੈ। ਸੋ ਅੱਜ ਦੀ ਵਿਚਾਰ ਦੇ ਵਿੱਚ ਪਾਤਸ਼ਾਹ ਜੀ ਨੇ ਮੇਰੇ ਵਰਗੇ ਆਪਣੇ ਆਪ ਨੂੰ ਚੁੰਚ ਗਿਆਨੀਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੱਡੀਆਂ ਭਰ ਭਰ ਕੇ ਪੜ੍ਹ ਲੈਣੀਆਂ ਪੁਸਤਕਾਂ, ਆਪਣੇ ਆਪ ਨੂੰ ਵਿਦਵਾਨ ਅਖਵਾ ਲੈਣਾ, ਸ਼੍ਰੋਮਣੀ ਆਪਣੇ ਆਪ ਨੂੰ ਪੰਡਤ ਅਖਵਾਉਣਾ ਕਿਸੇ ਕੰਮ ਦਾ ਨਹੀਂ ਜੇ ਜੀਵਨ ਵਿੱਚ ਨਿਮਰਤਾ, ਪਿਆਰ, ਹਲੀਮੀ, ਮਿਠਾਸ, ਪਰਉਪਕਾਰ ਨਹੀਂ ਆਇਆ। ਗਿਆਨ ਹੈ ਇਸ ਕਰਕੇ ਕਿ ਗਿਆਨ ਦੇ ਰਸਤੇ ਤੇ ਤੁਰ ਕੇ ਨਿਰੰਕਾਰ ਨਾਲ ਅਭੇਦ ਹੋਇਆ ਜਾਵੇ। ਇਸੇ ਕਰਕੇ ਗਿਆਨ ਤੇ ਸ਼ਰਧਾ ਦਾ ਸੁਮੇਲ ਹੈ ਗੁਰੂ ਨਾਨਕ ਦੀ ਸਿੱਖੀ। ਗਿਆਨ ਵੀ ਚਾਹੀਦਾ ਹੈ, ਸ਼ਰਧਾ ਵੀ ਚਾਹੀਦੀ ਹੈ, ਪਰ ਜੇ ਨਿਰੀ ਸ਼ਰਧਾ ਹੋਵੇ, ਅੰਨੀ ਸ਼ਰਧਾ ਹੋਵੇ, ਮਨੁੱਖ ਨੂੰ ਕਬਰਾਂ ਤੇ ਮੱਥੇ ਟਿਕਾ ਦਿੰਦੀ ਹੈ, ਤੇ ਜੇ ਨਿਰਾ ਗਿਆਨ ਹੋਵੇ ਮਨੁੱਖ ਨੂੰ ਕੋਰਾ ਬਣਾ ਦਿੰਦਾ ਹੈ। ਸੋ ਕੋਰਾ ਨਹੀਂ ਅਸੀਂ ਬਣਨਾ, ਅਸੀਂ ਮਿੱਠੜੇ ਬਣਨਾ ਹੈ, ਭਗਤ ਬਣਨਾ ਹੈ। ਇਸੇ ਕਰਕੇ ਸਾਹਿਬ ਜੀ ਕਹਿੰਦੇ ਨੇ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਭਗਤ ਬਣੀਏ, ਆਪਣੇ ਜੀਵਨ 'ਚ ਵਿਚਾਰ ਲੈ ਕੇ ਆਈਏ, ਗੁਰਬਾਣੀ ਦੀ ਕਥਾ ਲੈ ਕੇ ਆਈਏ, ਮੈਂ ਆਪਣੇ ਜੀਵਨ 'ਚ ਲਾਗੂ ਕਰੀਏ, ਸੱਚ ਦਾ ਜੀਵਨ ਜੀਵੀਏ, ਭਰੋਸਾ ਅਕਾਲ ਪੁਰਖ ਤੇ ਰੱਖੀਏ। ਜੇ ਅਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਨਾ ਕਿ ਰੱਬ ਦੇਣ ਵਾਲਾ ਬੈਠਾ ਹੈ, ਸਾਨੂੰ ਵੀ ਉਹ ਦੇਵੇਗਾ। ਪਿਆਰ ਕਰਨਾ ਚਾਹੀਦਾ ਹੈ, ਮਾਨਵਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਗਿਆਨ ਲੈ ਕੇ ਲੋਕਾਂ ਦੇ ਭਲੇ ਵਿੱਚ ਆਉਣਾ ਚਾਹੀਦਾ ਹੈ। ਇਸ ਹਉਮੈ ਹੰਕਾਰ 'ਚ ਨਹੀਂ ਰਹਿਣਾ ਚਾਹੀਦਾ। ਜੇ ਮੈਨੂੰ ਰੱਬ ਨੇ ਕਥਾ ਦੀ ਜ਼ਿੰਮੇਵਾਰੀ ਦਿੱਤੀ ਹੈ, ਗਿਆਨ ਦਿੱਤਾ ਹੈ, ਹੁਣ ਮੈਂ ਬੰਦੇ ਨੂੰ ਬੰਦਾ ਹੀ ਨਾ ਸਮਝਾਂ। ਜੇ ਮੈਨੂੰ ਰੱਬ ਨੇ ਕੀਰਤਨ ਦੀ ਦਾਤ ਦੇ ਦਿੱਤੀ ਹੈ, ਮੈਂ ਬਹੁਤ ਸੋਹਣਾ ਕੀਰਤਨ ਕਰਨ ਲੱਗ ਪਿਆ, ਹੁਣ ਮੈਂ ਇਸ ਹੰਕਾਰ 'ਚ ਹੋਵਾਂ ਕਿ ਮੇਰੇ ਵਰਗਾ ਤੇ ਕੀਰਤਨੀਏ ਕੋਈ ਨਹੀਂ, ਹੁਣ ਤੇ ਮੈਂ ਦੂਜੇ ਨੂੰ ਬੰਦਾ ਹੀ ਨਹੀਂ ਸਮਝਣਾ। ਫਿਰ ਸਾਹਿਬ ਕਹਿੰਦੇ ਹੋਰ ਹਉਮੈ ਚੱਖਣਾ ਚਾਕ, ਅੱਗ ਲੱਗ ਜਾਵੇਗੀ ਗੁਣਾਂ ਨੂੰ, ਗੁਣ ਮਿੱਟੀ ਹੋ ਜਾਣਗੇ। ਆਓ ਅੱਜ ਦੇ ਪਾਵਨ ਸ਼ਬਦ ਨੂੰ ਜੀਵਨ 'ਚ ਵਸਾਈਏ। ਆਸਾ ਕੀ ਵਾਰ ਦੀ ਇਸ ਸ਼ਲੋਕ ਦੇ ਵਿੱਚ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਗੁਰਮਤਿ ਦੀ ਸਾਂਝ, ਗੁਰਮਤਿ ਦੀ ਸਮਝ, ਗੁਰਮਤਿ ਦੀ ਸੂਝ ਦਿੱਤੀ ਹੈ। ਗੁਰਬਾਣੀ ਨਾਲ ਜੁੜੀਏ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਅਗਲੇ ਸ਼ਲੋਕ ਦੇ ਵਿਚਾਰ ਲੈ ਕੇ ਕੱਲ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।